अस्सलाम वालेकुम नाज़रीन, आप देख रहे हैं 44 टीवी में आपका मेज़बान सरदार जवेदा शोडोगर। तो आज मैं आपको एक ऐसी कहानी दिखाने के लिए लेकर आया हूँ कि एक आदमी उसकी बीवी जहर की गोलियाँ खा लेती है, मगर क्या होता है कि जो उसका खामद है उसको पुलिस पकड़ लेती है कि आपने जी इसको जहर दी, आपने अपनी बीवी को कत्ल कर दिया। 3 माह हवालात में रहे, जेल में रहे, उसके बाद अदालत ने इसको बाइज़्ज़त बरी कर दिया। मुकम्मल कहानी, कैसे इसने जहर की गोलियां दी या बीवी ने खुद खाई या किसी और ने खिलाई, इसने अपना यानी कि वो सीटीआर डाटा भी इसके पास मौजूद है, रिकॉर्डिंग भी मौजूद है। मुकम्मल कहानी दिखाते हैं कि हमारे पास जो मुतासरा फैमिली है इसके साथ कैसे जुल्म किया गया। अस्सलाम वालेकुम। वालेकुम सलाम। की ना है? बशीर अहमद। अच्छा, बशीर अहमद किहड़ी जगह ते रहंदे हो? तलवंडी जी। अच्छा, तलवंडी। अच्छा बशीर, तुसी दसो कि अपनी बीवी ਨੂੰ तू ਜ਼ਹਿਰ ਦੀਆਂ ਗੋਲੀਆਂ ਕਿਉਂ ਦਿੱਤੀਆਂ? नहीं जनाब, मैं नहीं ਦਿੱਤੀਆਂ। ਤੁਸੀਂ ਨਹੀਂ ਦਿੱਤੀਆਂ? नहीं जी। ਕਿੰਨੇ ਦਿੱਤੀਆਂ ਜਾਂ बीवी ने खुद खा ਲੀਆਂ? नहीं जी, ਉਹਦੇ ਗਲਤ ਤਲਕ ਥੇ। ਅੱਛਾ। ਉਹਦੇ ਰੋਕਣ ਦੇ ਬਾਵਜੂਦ ਮੈਂ ਕੰਮ ਤੇ ਗਿਆ ਚਲਾ। ਉਹਨਾਂ ਬੰਦਿਆਂ ਨੇ ਕੰਮ ਤੋਂ ਆਇਆ ਤੇ ਕੰਮ ਤੇ ਅੱਜ ਮੈਂ ਆਇਆ ਨਹੀਂ, ਉਹਨਾਂ ਬੰਦਿਆਂ ਨੇ ਕਾਲ ਕੀਤੀ ਮੈਨੂੰ, ਤੇਰੀ ਬੀਬੀ ਨੇ ਜ਼ਹਿਰ ਦੀਆਂ ਗੋਲੀਆਂ ਖਾ ਲੀਆਂ। ਤੁਹਾਨੂੰ ਕਾਲ ਕਿਹੜੇ ਬੰਦੇ ਕੀਤੀ? ਅਹਿਮਦ ਭਰਾ ਨੇ ਕੀਤੀ ਜਾਂ ਉਹਦੇ ਕਿੰਦੇ ਗਲਤ ਤਲਕ ਥੇ ਉਹ ਬੰਦੇ? ਉਹਦੇ ਆਸ਼ਿਕ ਨੇ ਕਾਲ? ਆਸ਼ਕ ਨੇ ਕਾਲ ਕੀਤੀ। ਅੱਛਾ, ਉਹਨੇ ਕਾਲ ਕਰਕੇ ਕਿਹਾ ਕਿ ਤੇਰੀ बीवी ਨੇ ਜ਼ਹਿਰ ਦੀਆਂ ਗੋਲੀਆਂ ਖਾ ਲੀਆਂ। ਮੈਂ ਅਜੇ ਘਰ ਨਹੀਂ ਆਇਆ ਤੇ ਉਹ ਠੀਕ ਹੋ ਹਸਪੀਟਲ ਲੈ ਗਿਆ। ਅੱਛਾ, ਉਹਨੂੰ ਹਸਪੀਟਲ ਲੈ ਗਏ? ਹਾਂਜੀ, ਹਸਪੀਟਲ ਲੈ ਤੇ ਤਾਂ ਫਿਰ ਕਸੂਰ ਪਹੁੰਚ ਗਿਆ ਨੇ। ਅੱਛਾ। ਤੇ ਮੇਰੇ ਤੇ ਉਹਨਾਂ ਦੇ ਕਾਰਵਾਈ ਕਰ ਦਿੱਤੀ ਵੀ ਇਹਨਾਂ ਗੋਲੀਆਂ ਦਿੱਤੀਆਂ ਨੇ। ਅੱਛਾ, ਗੋਲੀਆਂ ਤੂੰ ਘਰ ਵੀ ਨਹੀਂ ਹੈਗਾ ਸਾਂ ਜਦੋਂ ਉਹਨੇ ਦਿੱਤੀਆਂ ਗਈਆਂ ਤੇ ਬਾਅਦ ਉਹਨਾਂ ਕਿਹਾ ਕਿ ਜੀ ਇਹਨੇ ਗੋਲੀਆਂ ਦਿੱਤੀਆਂ ਨੇ। ਉਸ ਤੋਂ ਬਾਅਦ ਪੁਲਿਸ ਆ ਜਾਂਦੀ? ਉਸ ਪੁਲਿਸ ਆ ਜਾਂਦੀ, ਉਹਨਾਂ ਨੂੰ ਮੁਤਬਨ ਕਰ ਕੁਰਤੇ ਤੇ ਮੇਰੇ ਤੋਂ ਨਾ ਪਾ ਦਿੱਤਾ। ਅੱਛਾ, ਪੁਲਿਸ ਤੁਹਾਨੂੰ ਪਕੜ ਕੇ ਲੈ ਗਈ? ਪਕੜ ਤੇ ਲੈ ਗਈ ਜੀ। ਪੁਲਿਸ ਨੂੰ ਤੁਸੀਂ ਕਿਹਾ ਨਹੀਂ ਕਿ ਮੈਂ ਬੇਕਸੂਰ ਹਾਂ? ਬੇਕਸੂਰ ਉਹਨਾਂ ਨੂੰ ਕਿਹਾ ਸੀ, ਉਹ ਫਿਰ ਵੀ ਉਹਨਾਂ ਮੈਨੂੰ ਬਹਾ ਲਿਆ ਉੱਥੇ। ਅੱਛਾ, ਬਹਾ ਲਿਆ। ਉਸ ਤੋਂ ਬਾਅਦ ਕਿੰਨੇ ਮਹੀਨੇ ਤੁਸੀਂ ਜੇਲ੍ਹ 'ਚ ਰਹੇ ਜਾਂ ਥਾਣੇ 'ਚ ਰਹੇ? 8-10 ਦਿਨ ਥਾਣੇ 'ਚ ਰਿਹਾ ਮੈਂ ਤੇ 3 ਕੁ ਮਹੀਨੇ ਜੇਲ੍ਹ ਲਿਆ। ਅੱਛਾ, 3 ਮਹੀਨਿਆਂ ਬਾਅਦ ਫਿਰ ਮੇਰੇ ਕੋਲ ਪੈਸੇ ਲੈਣੇ, ਉਹਨਾਂ ਸਾਨੂੰ ਗਲਤ ਫਹਿਮੀ ਸ਼ੱਕ ਦੀ ਬੁਨਿਆਦ 'ਚ ਫੜਾਇਆ, ਲਿਆਦਾ ਸਾਡਾ ਮੁਲਜ਼ਮ ਨਹੀਂ ਦਾ। ਕਿੰਨੇ ਪੈਸੇ ਲੈ? ਇਹ 5 ਲੱਖ ਦਿੱਤਾ ਸੀ ਮੈਂ, ਸਾਰਾ ਮੇਰਾ ਟੋਟਲ 30-35 ਲੱਖ ਨਾਲ ਰੁਪਇਆ ਲਵਾ ਦਿੱਤਾ ਮੈਂ। ਬਾਕੀ ਉਂਝ ਲਗਵਾ ਦਿੱਤੇ? ਉਂਝ ਲਗਵਾ ਦਿੱਤੇ। 5 ਲੱਖ ਉਹਨਾਂ ਨੂੰ ਹੱਥ ਦੱਸਦੀ ਦਿੱਤਾ। ਉਹ 5 ਲੱਖ ਰੁਪਈਆ ਤੁਸੀਂ ਕਿਵੇਂ ਜਮ੍ਹਾਂ ਕੀਤਾ ਸੀ, ਕਿੱਥੋਂ ਲਿਆ ਸੀ? ਉਹ ਜਾਇਦਾਦ ਹੈਗੀ, ਜਗ੍ਹਾ ਵੇਚਤੇ ਤੇ ਮੈਂ ਉਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਹੱਥੋਂ ਖੋਹ ਤੇ ਮੈਂ ਵੇਚਤੇ ਤੇ ਉਹਨਾਂ ਨੂੰ ਦਿੱਤੇ ਸੀ। ਉਹਨਾਂ ਨੂੰ ਜਦੋਂ ਤੂੰ ਹੈਗਾ ਹੀ ਬੇਕਸੂਰ ਸੈਂ ਤੇ ਫਿਰ ਤੂੰ ਉਹਨਾਂ ਨੂੰ ਜਗ੍ਹਾ ਕਿਉਂ ਦੇ ਦਿੱਤੀ? ਉਹ ਜਗ੍ਹਾ ਮੇਰੇ ਕੋਲ ਉੱਥੇ ਸਾਰਿਆਂ ਨੇ ਮੇਰੇ ਤੇ ਪਾਈ ਤਾਂ ਵੱਡੇ ਮੇਰੀ ਕਿਸੇ ਮੰਨੀ ਨਹੀਂ ਦੀ। ਅੱਛਾ, ਮੰਨੀ ਨਹੀਂ ਦੀ? ਹਾਂਜੀ, ਮੈਂ ਤੇ ਕਲਾਸ ਉੱਥੇ ਡਰ ਕੇ ਤੇ ਦੇ ਡਰ ਤੇ ਹਾਂਜੀ ਦੇ ਦਿੱਤੇ। ਅੱਛਾ, ਉਸ ਤੋਂ ਬਾਅਦ ਤੂੰ ਇੱਧਰ ਕਿਵੇਂ ਚਲਾ ਗਿਆ? ਇੱਕ ਜਿਹੜੀ ਸੀਟੀਆਰ ਤੁਸੀਂ ਕਢਵਾਈ ਏ, ਇੱਧਰ ਤੈਨੂੰ ਕਿੰਨੇ ਟੋੜ ਦਿੱਤਾ ਹੈ ਕਿਵੇਂ? ਇੱਕ ਦੋਸਤ ਸੀ ਮੇਰਾ, ਉਹਨੂੰ ਮੈਂ ਆਖਿਆ ਸੀ, ਉਹਨੇ ਆਹ ਕੋਈ ਗੱਲ ਨਹੀਂ, ਮੈਂ ਸੀਟੀਆਰ ਤੈਨੂੰ ਕਰਵਾ ਦਿੰਦਾ। ਅੱਛਾ, ਜਦੋਂ ਸੀਟੀਆਰ ਕਢਵਾਈ ਤੇ ਆ ਤਾਂ ਬੜੀਆਂ ਲੰਮੀਆਂ ਚੌੜੀਆਂ ਕਾਲਾਂ ਹੋਈਆਂ? ਹਾਂਜੀ, ਬਹੁਤ ਕਾਲਾਂ ਨੇ, ਹਜ਼ਾਰਾਂ ਤੇ ਦਾਤ ਹੁੰਦੀਆਂ ਕਾਲਾਂ ਨੇ ਉਹਨਾਂ ਬੰਦਿਆਂ ਦੀਆਂ। ਅੱਛਾ, ਜਿਹੜੀਆਂ ਜ਼ਿਆਦਾ ਕਾਲਾਂ ਨੇ ਉਹ ਕਿਹੜੇ ਬੰਦੇ ਨਾਲ? ਅਹਿਮਦ ਅਲੀ ਦੇ ਨਾਲ। ਅਹਿਮਦ ਅਲੀ ਦੇ ਨਾਲ? ਹਾਂਜੀ, ਉਹ ਸਾਲ ਹੋ ਗਿਆ ਸੀ। ਤੁਸੀਂ ਮਨਾ ਕਰਦੇ ਸਾਂ। ਉਹਦੇ ਵਾਲਿदैन ਨੂੰ ਕਿਹਾ? ਵਾਲਿदैन ਨੂੰ, ਮਾਂ ਪਿਓ ਨੂੰ ਕਿਹਾ, ਭੈਣਾਂ ਭਰਾਵਾਂ ਨੂੰ ਕਿਹਾ, ਲੇਕਿਨ ਕਿਸੇ ਨੇ ਕੋਈ ਨਹੀਂ ਸੁਣੀ? ਨਹੀਂ, ਮੇਰੇ ਸਿਰੋਂ ਉਲਟਾ 2-3 ਦਫਾ ਤੇ ਗਾਲੀ ਪੈਂਦੇ ਰਹਿਣ। ਅੱਛਾ, ਜਿਹੜੀ ਤੁਹਾਡੇ ਕੋਲ ਰਿਕਾਰਡਿੰਗ ਮੌਜੂਦ ਹੈ, ਉਹ ਰਿਕਾਰਡਿੰਗ 'ਚ ਕੀ ਕਹਿੰਦਾ ਹੈ? ਅਹਿਮਦ ਨਾਲ ਗੱਲ ਤੁਹਾਡੀ ਬੀਵੀ ਕਰਦੀ ਪਈ ਜਾਂ ਕੋਈ ਹੋਰ ਗੱਲ ਕਰਦਾ ਪਿਆ? ਅਹਿਮਦ ਨਾਲ ਨਹੀਂ, ਦੂਜਾ ਭਾਈ ਹੈ ਤੇ ਇੱਕ ਕਹਿੰਦਾ ਪਿਆ ਅਹਿਮਦ ਨੇ ਗੋਲੀਆਂ ਦਿੱਤੀਆਂ। ਦੂਜੇ ਭਾਈ ਲਿਆਕਤ ਕਿਹੜਾ, ਉਹਨੂੰ ਨਗਦ ਭੇਜਿਆ ਸੋ ਵੀ ਇਹਨੇ ਅੱਜ ਗੋਲੀਆਂ ਖਾ ਲੈਣੀਆਂ। ਅਹਿਮਦ ਦਾ ਤੇ ਮੇਰੀ ਬੀਬੀ ਦਾ ਫੋਨ 'ਤੇ ਰਾਬਤਾ ਸੀ। ਅੱਛਾ, ਉਹ ਫੋਨ ਤੇ ਆਪਸ ਵਿੱਚ ਗੱਲ ਕਰਦੇ ਸੀ ਤੇ ਉਹ ਕੀ ਕਹਿੰਦੇ ਨੇ ਕਿ ਜੀ ਇਹਨੇ ਅੱਜ ਗੋਲੀਆਂ ਖਾ ਲੈਣੀਆਂ ਨੇ। ਅਹਿਮਦ ਨਾਲ ਲੜੀ ਸੀ ਜਾਂ ਤੁਹਾਡੇ ਨਾਲ ਲੜੀ ਸੀ? ਅਹਿਮਦ ਨਾਲ। ਅੱਛਾ, ਅਹਿਮਦ ਨਾਲ ਉਹਦੀ ਲੜਾਈ ਹੋਈ ਤੇ ਅਹਿਮਦ ਨੇ 2 ਦਿਨ ਪਹਿਲਾਂ ਮੇਰੀ ਬੀਵੀ ਦਾ ਮੋਬਾਈਲ ਵੀ ਫਾਲਿਆ ਸੀ। ਮੋਬਾਈਲ ਵੀ ਫਾਲ, ਉਹਨੇ ਕਿਹਾ ਤੂੰ ਕਿਸੇ ਹੋਰ ਨਾਲ ਗੱਲ ਕਰ, ਹੋਰ ਕਿਸੇ ਨਾਲ ਗੱਲ ਕਰਨੀ। ਅੱਛਾ, ਉਸ ਲੜਾਈ ਹੋਈ ਤੇ ਬੀਵੀ ਨੇ ਕਿਹਾ ਕਿ ਮੈਂ ਕਿਸੇ ਹੋਰ ਨਾਲ ਨਹੀਂ ਗੱਲ ਕਰਦੀ। ਫਿਰ ਉਹਨਾਂ ਦੇ ਰਿਸ਼ਤੇਦਾਰ ਨੂੰ ਮੈਂ ਆਖਿਆ ਯਾਰ ਮੇਰੀ ਬੀਵੀ ਦਾ ਮੋਬਾਈਲ ਹੈ, ਮੈਨੂੰ ਲੈ ਦਿਓ। ਉਹਨਾਂ ਆਖਿਆ ਵੀ ਯਾਰ ਮੋਬਾਈਲ ਦੇ 2 ਵਾਰੀ ਉਹ ਪੱਠੇ ਵੱਢਦਾ ਪਿਆ ਸੀ, ਮੈਂ ਉਹਦੇ ਮਗਰ ਪਹੁੰਚਿਆ। ਉਹਨੇ ਆਖਿਆ ਮੈਂ ਮੋਬਾਈਲ ਨਹੀਂ ਦੇਣਾ। ਮੈਂ ਯਾਰ ਮੈਨੂੰ ਮੋਬਾਈਲ ਦੇ ਦੇ, ਮੈਂ ਮਾੜਾ ਬੰਦਾ, ਤੇਰਾ ਕਿਹੜਾ ਹੈਗਾ, ਮੇਰੀ ਬੀਵੀ ਦਾ ਮੋਬਾਈਲ ਹੈ, ਤੂੰ ਮੈਨੂੰ ਉਹਦੇ ਮਾਂ ਪਿਓ ਨੂੰ ਆਖਿਆ ਤੇ ਉਹਨੇ ਆਖ ਤੂੰ ਮੇਰਾ ਕੀ ਕਰਾ ਲੈਂਦਾ। ਤੁਸੀਂ ਉਹ ਰਿਕਾਰਡਿੰਗ ਵੇਖਣ ਵਾਲਿਆਂ ਨੂੰ ਰਿਕਾਰਡਿੰਗ ਕੱਢ ਕੇ ਸੁਣਾਓ, ਜਿਹੜੀ ਰਿਕਾਰਡਿੰਗ ਤੁਹਾਡੇ ਕੋਲ ਮੋਬਾਈਲ 'ਚ ਮੌਜੂਦ ਹੈਗੀ ਏ, ਜਿੰਦੇ 'ਚੋਂ ਅਹਿਮਦ ਗੱਲਾਂ ਕਰ ਰਿਹਾ ਜਾਂ ਤੁਹਾਡੀ ਬੀਵੀ ਗੱਲਾਂ ਕਰ ਰਹੀ, ਉਹ ਰਿਕਾਰਡਿੰਗ ਵੀ ਸੁਣਾਓ ਕੱਢ ਕੇ। ਉਹਨਾਂ ਬੰਦਿਆਂ ਦੀਆਂ ਜਨਾਬ ਗੱਲਾਂ ਨੇ, ਬੰਦਿਆਂ ਦੀਆਂ ਗੱਲਾਂ ਨੇ। ਤੇ ਇਹ ਗੱਲਾਂ ਤੁਸੀਂ ਥਾਣੇ ਨਹੀਂ ਸੁਣਾਈਆਂ ਤੇ ਰਿਕਾਰਡਿੰਗ ਬਾਅਦ ਤੇ ਮਿਲੀ? ਕਿਸੇ ਬੰਦੇ ਮੇਰੀ ਸੁਣੀ ਨਹੀਂ ਦੀ। ਅੱਛਾ, जी नाज़रीन, हम आपको रिकॉर्डिंग सुना रहे हैं। रिकॉर्डिंग में बाकायदा तौर पर आप देख सकते हैं कि कैसे वो बात कर रहे हैं कि गोलियां मैंने लेकर दी हैं। तो बाकी
माइक में है वो क्लियर तो नहीं बात सुनाई दे रही, मगर इस भाई के पास उसके बाद आपने थाने में कोई एप्लीकेशन दी कि मुझे इंसाफ दिया जाए? ਦਿੱਤੀ ਹੈ ਤੇ ਮੇਰਾ ਕਿਸੇ ਨੇ ਇਨਸਾਫ ਦਿੱਤਾ। कोई इंसाफ नहीं। कोई इंसाफ गवर्नमेंट अगे की अपील करना चाहते हो? ਮੈਂ ਗੌਰਵ ਮਈਆ ਸਾਹਿਬ ਅੱਗੇ ਰਿਕਵੈਸਟ ਕਰਨਾ ਚਾਹਨਾ ਵੀ ਮੈਨੂੰ ਇਨਸਾਫ ਦਿੱਤਾ ਜਾਏ। ਇਹ ਕਿਹੜੇ ਮੁਜਰਮ ਨੇ ਫੜੇ ਜਾਣ, मुजरम फड़े ਫੜੇ जाए। ਜਾਣ, ਮੈਨੂੰ ਇਨਸਾਫ ਮਿਲਣਾ ਚਾਹੀਦਾ। जी नाजरीन, आपने देखा मेरे पास मुतासरा भाई मौजूद है। इसकी बीवी के किसी के साथ गलत ताल्लुकात थे। इसने अपने यानी कि जो ससुराल वाले थे उनको भी बताया कि जी आपकी बहन के ना किसी के साथ गलत ताल्लुकात हैं, उनको रोकें। मगर क्या किया गया कि जब जिस आदमी के साथ गलत ताल्लुकात थे, जब उसके साथ कोई इख्तलाफात पैदा हुए तो इसकी बीवी ने उसकी लड़ाई की वजह से जहर की गोलियां खा ली और अपनी ज़िंदगी की यानी कि जो बाजी थी वो हार गई। मगर क्या हुआ, गोलियां किसी और के लिए खाई, मगर ये गरीब आदमी पकड़ा ये गया, मुजरम ये बन गया। उसके बाद अदालत ने फ़ैसला किया कि ये बेकसूर है। इसके ससुराल वालों ने इसको माफ़, इज़्ज़त बरी हो गया। मगर अब इसकी ये फरियाद है कि जी मैं बेकसूर था, अदालत ने मुझे बाइज़्ज़त बरी किया, मेरे ससुराल वालों ने मेरा प्लाट ले लिया, 5 लाख रुपया ले लिया, मुझे वो वापस किया जाए। और जो मुजरम है, जो इसके पास रिकॉर्डिंग मौजूद है और CTR मौजूद है जिसमें देख सकते हैं कि वहाँ पर कौन कौन इसकी बीवी को कॉल कर रहा था। और जब गोलियों की बात है वो रिकॉर्डिंग मौजूद है, कहाँ से गोलियाँ आई, किसने लेकर दी, किसने खाई, वो मुकम्मल रिकॉर्डिंग में मौजूद है। मगर इसका कहना है कि मैं मोहतरमा मरियम नवाज़ से अपील करता हूँ कि मुझे इंसाफ दिया जाए, जो मेरे बीवी के कातिल हैं, जो मुजरम हैं, उनको पकड़ा जाए। और जो मेरी दौलत है, मेरे बच्चों का रिज़्क है, मेरे ससुराल वालों ने मुझसे छीना हुआ है, वो मुझे वापस लेकर दिया जाए। तो इसी के साथ अपने मेज़बान सरदार जवेदा शडोगर को दीजिए इजाज़त। अल्लाह निगहबान।